IELTS डेफिनेटली ਤੁਹਾਨੂੰ ਕਰਨੀ ਪੈਂਦੀ ਹੈ, but CLB score 4 only, mind it, 4 CLB score only ਦੇ ਨਾਲ ਤੁਸੀਂ eligible ਹੋ। work permit for sure, you will get work permit, all of your family will get work permit। ਤੁਸੀਂ ਸਾਨੂੰ contact ਕਰ ਸਕਦੇ ਹੋ, ਅਸੀਂ ਤੁਹਾਡੇ point calculate ਕਰਕੇ ਤੁਹਾਨੂੰ ਦੱਸਾਂਗੇ if this is the right program for you, but do get in touch at least for a free consultation। सत श्री अकाल, मेरा नाम है मनबीर रंधावा और मैं लाइसेंस इमीग्रेशन कंसलटेंट हाँ मिल्की वे इमीग्रेशन ਦੇ ਨਾਲ। ਅੱਜ ਦਾ ਆਪਣਾ ਟੌਪਿਕ ਹੈਗਾ ਐਂਟਰਪ੍ਰੈਨਿਓਰ ਵੀਜ਼ਾ, ਯਾਨੀ ਕਿ ਬਿਜ਼ਨਸ ਵੀਜ਼ਾਸ। ਹਰ ਇੱਕ ਪ੍ਰੋਵਿੰਸ ਦਾ ਆਪਣਾ ਪ੍ਰੋਸੈਸ ਹੈਗਾ ਬਿਜ਼ਨਸ ਵੀਜ਼ੇ ਦਾ, ਪਰ ਅੱਜ ਅਸੀਂ ਗੱਲ ਕਰਾਂਗੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀ, BC ਪ੍ਰੋਵਿੰਸ, ਵਿਚ ਇਜ਼ ਅ ਬਿਊਟੀਫੁਲ ਪ੍ਰੋਵਿੰਸ ਇਨ ਕੈਨੇਡਾ। ਜੇ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਤੇ BC ਦੇ ਵਿੱਚ ਸਰੀ, ਵੈਨਕੂਵਰ, ਕਲੋਨਾ, ਕੈਮਲੂਪ, ਐਬਸਫੋਰਡ, ਬਰਨਸ ਲੇਕ, ਓਕਨਾਗਨ ਐਂਡ ਮਤਲਬ ਕਾਫੀ ਵੱਡਾ ਏਰੀਆ ਹੈਗਾ ਬ੍ਰਿਟਿਸ਼ ਕੋਲੰਬੀਆ ਦਾ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਬਿਜ਼ਨਸ ਪ੍ਰੋਗਰਾਮ ਹੈ, ਯਾਨੀ ਕਿ ਐਂਟਰਪ੍ਰੈਨਿਓਰ ਵੀਜ਼ਾ ਪ੍ਰੋਗਰਾਮ ਹੈ, ਉਹ ਦੋ ਕੈਟਾਗਰੀਜ਼ ਦੇ ਵਿੱਚ ਆਉਂਦਾ ਹੈ। ਇੱਕ ਆਉਂਦਾ ਹੈ ਬੇਸ ਐਂਡ ਇੱਕ ਆਉਂਦਾ ਹੈ ਰੀਜਨਲ ਪ੍ਰੋਗਰਾਮ। ਆਪਾਂ ਦੋਨਾਂ ਦੇ ਡਿਫਰੈਂਸਸ ਚੈੱਕ ਕਰਾਂਗੇ, ਦੋਨਾਂ ਦੇ ਫੀ ਸਟਰਕਚਰ ਚੈੱਕ ਕਰਾਂਗੇ ਐਂਡ ਦੋਨਾਂ ਦੀਆਂ ਰਿਕੁਆਇਰਮੈਂਟਸ ਚੈੱਕ ਕਰਾਂਗੇ। ਮੋਰ ਔਰ ਲੈਸ ਦੋਨਾਂ ਦੀਆਂ ਰਿਕੁਆਇਰਮੈਂਟਸ ਸੇਮ ਨੇ, ਬਟ देयर इज ਬੇਸਿਕਲੀ 5 ਮੇਜਰ ਡਿਫਰੈਂਸਸ ਨੇ ਦੋਨਾਂ ਦੇ ਵਿੱਚ। ਪਹਿਲਾਂ ਆਪਾਂ ਰਿਕੁਆਇਰਮੈਂਟਸ ਦੀ ਗੱਲ ਕਰਦੇ ਹਾਂ ਕਿ ਰਿਕੁਆਇਰਮੈਂਟਸ ਕੀ ਹੈ। ਜੇਕਰ ਤੁਹਾਡੇ ਕੋਲ ਸੀਨੀਅਰ ਬਿਜ਼ਨਸ ਮੈਨੇਜਰ ਦਾ ਐਕਸਪੀਰੀਅੰਸ ਹੈਗਾ ਜਾਂ ਪ੍ਰੈਜ਼ੀਡੈਂਟ ਲੈਵਲ ਦਾ, ਐਗਜ਼ੀਕਿਊਟਿਵ ਲੈਵਲ ਦਾ, ਜਾਂ ਤੁਸੀਂ ਖੁਦ ਬਿਜ਼ਨਸ ਓਨ ਕਰਕੇ ਚਲਾਇਆ ਹੈ ਆਪਣੀ ਹੋਮ ਕੰਟਰੀ ਦੇ ਵਿੱਚ, ਤੁਸੀਂ ਇਹਦੇ ਵਿੱਚ ਐਲੀਜੀਬਲ ਹੋ। IELTS ਡੈਫੀਨੇਟਲੀ ਤੁਹਾਨੂੰ ਕਰਨੀ ਪੈਂਦੀ ਹੈ, ਬਟ CLB ਸਕੋਰ 4 ਓਨਲੀ, ਮਾਈਂਡ ਇਟ, 4 CLB ਸਕੋਰ ਓਨਲੀ ਦੇ ਨਾਲ ਤੁਸੀਂ ਐਲੀਜੀਬਲ ਹੋ। ਤੁਹਾਡੀ ਐਜੂਕੇਸ਼ਨ ਜਿਹੜੀ ਹੈ ਉਹ ਬੈਚਲਰਸ, ਮਾਸਟਰਸ ਡੈਫੀਨੇਟਲੀ ਰეკਮੈਂਡਡ ਆ, ਬਟ ਉਹਦੀ ਇਵੈਲੂਏਸ਼ਨ ਹੋਣੀ ਚਾਹੀਦੀ ਹੈ, WES, ICS, IQS, ਜੋ ਮਰਜ਼ੀ ਤੁਸੀਂ ਕਰਵਾ ਲਓ। ਹੁਣ ਡਿਫਰੈਂਸ ਕਿੱਥੇ ਆਉਂਦਾ ਹੈ? ਡਿਫਰੈਂਸ ਆਉਂਦਾ ਹੈ ਕਿ ਰੀਜਨਲ ਦੇ ਵਿੱਚ ਤੁਸੀਂ ਸਰਟਨ ਕਮਿਊਨਿਟੀਜ਼ ਦੇ ਵਿੱਚ ਹੀ ਪੈਸਾ ਇਨਵੈਸਟ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਜੇ ਤੁਸੀਂ ਸਰੀ 'ਚ ਬਿਜ਼ਨਸ ਲਾਣਾ ਚਾਹੁੰਦੇ ਹੋ, ਨੋ, ਯੂ ਵੁੱਡ ਨਾਟ ਫਾਲ ਅੰਡਰ ਰੀਜਨਲ, ਤੁਸੀਂ ਫਾਲ ਕਰੋਗੇ ਬੇਸ ਪ੍ਰੋਗਰਾਮ ਦੇ ਵਿੱਚ। ਸਰਟਨ ਕਮਿਊਨਿਟੀਜ਼ 'ਚ ਤੁਸੀਂ ਪੈਸਾ ਲਾਣਾ ਤਾਂ ਰੀਜਨਲ ਪ੍ਰੋਗਰਾਮ, ਵਿਚ ਇਜ਼ ਅ ਪਾਇਲਟ ਪ੍ਰੋਗਰਾਮ। ਜੇ ਤੁਸੀਂ ਬੇਸ ਪ੍ਰੋਗਰਾਮ ਦੇ ਵਿੱਚ ਲਾਉਣਾ, ਯਾਨੀ ਕਿ ਲੋਅਰ ਮੇਨਲੈਂਡ, ਸਰੀ, ਵੈਨਕੂਵਰ ਏਰੀਆ ਦੇ ਵਿੱਚ ਲਾਣਾ, ਫਿਰ ਤੁਸੀਂ ਬੇਸ ਦੇ ਵਿੱਚ ਫਾਲ ਕਰੋਗੇ, ਜਿਹਦੇ ਵਿੱਚ ਕੋਈ ਕੈਟਾਗਰੀ ਨਹੀਂ ਹੈਗੀ, ਕੋਈ ਬਿਜ਼ਨਸ ਦੀ ਕੈਟਾਗਰੀ ਜਾਂ ਕੋਈ ਕਮਿਊਨਿਟੀ ਦੀ ਕੈਟਾਗਰੀ ਨਹੀਂ ਹੈ। ਯੂ ਕੈਨ ਇਨਵੈਸਟ ਇਨ ਲੋਅਰ ਮੇਨਲੈਂਡ। ਨਾਓ ਲੈਟਸ ਟਾਕ ਅਬਾਊਟ ਦ ਮੇਜਰ ਡਿਫਰੈਂਸ। ਫਰਸਟ point is that you have to show your net worth. For regional, the minimum requirement is $300,000, ਯਾਨੀ ਕਿ $3 ਲੱਖ, and base ਵਾਸਤੇ ਹੈਗੀ ਆ $600,000, ਯਾਨੀ ਕਿ $6 ਲੱਖ। ਇਹ ਹੋਗੀ ਆਪਣੀ ਨੈਟਵਰਕ। ਹੁਣ ਅਸੀਂ ਪੈਸਾ ਕਿੰਨਾ ਇਨਵੈਸਟ ਕਰਨਾ ਹੈ? ਮਿਨੀਮਮ ਪੈਸਾ ਇਨਵੈਸਟ ਕਰਨਾ ਤੁਸੀਂ ਰੀਜਨਲ ਦੇ ਵਿੱਚ ਓਨਲੀ $1 ਲੱਖ, $1 ਲੱਖ, ਤੇ ਬੇਸ ਦੇ ਵਿੱਚ ਤੁਸੀਂ ਮਿਨੀਮਮ ਇਨਵੈਸਟ ਕਰਨਾ ਹੈ $2 ਲੱਖ। ਹੁਣ ਅਨਦਰ ਡਿਫਰੈਂਸ ਜਿਹੜਾ ਦੋਨਾਂ ਪ੍ਰੋਗਰਾਮਸ ਦੇ ਵਿੱਚ ਹੈਗਾ, ਉਹ ਹੈਗਾ ਜੀ ਤੁਹਾਡੀ ਪਰਸੈਂਟੇਜ ਆਫ ਸ਼ੇਅਰ ਦਾ। ਜੇ ਤੁਸੀਂ ਬੇਸ ਪ੍ਰੋਗਰਾਮ ਦੇ ਵਿੱਚ ਹੋ ਤਾਂ 33% ਜਿਹੜਾ ਤੁਹਾਡਾ ਬਿਜ਼ਨਸ ਹੋਣਾ ਚਾਹੀਦਾ। ਜੇ ਤੁਸੀਂ ਰੀਜਨਲ ਦੇ ਹੋ ਤਾਂ 51% ਤੁਹਾਡਾ ਹੋਣਾ ਚਾਹੀਦਾ। ਹੁਣ ਜਿਹੜਾ ਬਾਕੀ ਦਾ ਸ਼ੇਅਰ ਹੈ ਉਹ ਤੁਸੀਂ ਲੋਕਲ ਬੰਦੇ ਦਾ ਵੀ ਪਾ ਸਕਦੇ ਹੋ, ਤੁਸੀਂ ਆਪਣੇ ਨਾਲ ਇੱਕ ਬਿਜ਼ਨਸ ਪਾਰਟਨਰ ਵੀ ਪਾ ਸਕਦੇ ਹੋ। ਸੋ ਯੂਜੂਅਲੀ ਅਸੀਂ ਵੀ ਰეკਮੈਂਡ ਕਰਦੇ ਹੁੰਦੇ ਹਾਂ that if you cannot and if you do not want LMIA, ਜੇ ਤੁਸੀਂ LMIA ਤੇ ਨਹੀਂ ਜਾਣਾ ਕਿ ਆਪਣਾ ਵਰਕ ਪਰਮਿਟ ਕਨਵਰਟ ਕਰਾਉਣਾ ਚਾਹੁੰਦੇ, ਤਾਂ ਤੁਸੀਂ ਬਿਜ਼ਨਸ 'ਚ ਪੈਸਾ ਲਾਓ। ਸਪੈਸ਼ਲੀ ਜੇ ਤੁਸੀਂ ਕਹਿ ਲਓ ਦੋ ਫੈਮਿਲੀਜ਼ ਨੇ, ਦੋ ਰਿਸ਼ਤੇਦਾਰ ਨੇ ਜਾਂ ਦੋ ਭਰਾ ਨੇ, ਉਹ ਜੁਆਇੰਟ ਪਾਰਟਨਰਸ਼ਿਪ ਕਰਕੇ ਬਿਜ਼ਨਸ ਦੇ ਵਿੱਚ ਪੈਸਾ ਲਾ ਕੇ ਆਪਣੀ ਇਮੀਗ੍ਰੇਸ਼ਨ ਕਰ ਸਕਦੇ। ਐਂਟਰਪ੍ਰੈਨਿਓਰ ਵੀਜ਼ਾ ਦੇ ਵਿੱਚ ਇੰਪੋਰਟੈਂਟ ਚੀਜ਼ ਹੈਗੀ ਨੋਟ ਕਰਨ ਵਾਲੀ, that this is a point based program, ਮਤਲਬ ਕਿ ਤੁਹਾਡੇ ਪੁਆਇੰਟਸ ਕੈਲਕੂਲੇਟ ਹੁੰਦੇ ਆ। ਸੋ the more you put in the application, the more points you will get. For example, ਤੁਸੀਂ ਮਾਸਟਰ ਐਜੂਕੇਸ਼ਨ ਕੀਤੀ ਹੈ, 6 ਬੈਂਡ ਆ ਗਏ, ਤੁਸੀਂ ਪੈਸਾ 2 ਲੱਖ ਦੀ ਬਜਾਏ 4 ਲੱਖ ਇਨਵੈਸਟ ਕਰਤਾ, ਤਾਂ ਇਸ ਬੰਦੇ ਦੀ ਪ੍ਰੋਬੇਬਿਲਿਟੀ ਜ਼ਿਆਦਾ ਹੈ ਕੰਪੇਅਰਡ ਟੂ ਇੱਕ ਬੈਚਲਰਸ ਬੰਦਾ ਹੈ, ਉਹਨੇ 2 ਲੱਖ ਹੀ ਲਾਇਆ ਐਂਡ ਉਹਦੇ ਜਿਹੜੇ CLB ਦੇ ਸਕੋਰਸ ਨੇ ਉਹ 4 ਹੀ ਨੇ। ਸੋ ਯੂ ਸੀ ਦ ਡਿਫਰੈਂਸ, ਕਿਉਂਕਿ ਜਿੰਨੇ ਪੁਆਇੰਟਸ ਘੱਟ ਹੋਣਗੇ ਉਨੀ ਪਰਮਾਨੈਂਟ ਰੈਜ਼ੀਡੈਂਸੀ ਦੇ ਚਾਂਸਸ ਜਿਹੜੇ ਉਹ ਘੱਟ ਹੋਣਗੇ। ਵਰਕ ਪਰਮਿਟ ਫॉर ਸ਼ੋਰ, ਯੂ ਵਿਲ ਗੈਟ ਵਰਕ ਪਰਮਿਟ, ਆਲ ਆਫ ਯੋਰ ਫੈਮਿਲੀ ਵਿਲ ਗੈਟ ਵਰਕ ਪਰਮਿਟ। ਤੁਸੀਂ ਆਪਦਾ ਬਿਜ਼ਨਸ ਚਲਾ ਸਕਦੇ ਆ ਇੱਥੇ ਵਧੀਆ ਤਰੀਕੇ ਦੇ ਨਾਲ, ਪਰ ਜਦੋਂ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਪਾਉਣੀ ਹੈ ਤਾਂ ਇਹੋ ਜਿਹੇ ਫੈਕਟਰਸ ਕੰਸੀਡਰ ਹੁੰਦੇ ਆ, ਕਿਉਂਕਿ ਇਹ ਪੁਆਇੰਟ ਬੇਸਡ ਹੈਗਾ। ਮਿਨੀਮਮ ਰਿਕੁਆਇਰਮੈਂਟ ਆਪਣੀ ਬੇਸ ਦੇ ਵਿੱਚ ਹੈਗੀ 115 ਪੁਆਇੰਟਸ ਦੀ ਐਂਡ ਰੀਜਨਲ ਦੇ ਵਿੱਚ ਹੈਗੀ ਹੈ 105 ਪੁਆਇੰਟਸ। ਇਸ ਟੌਪਿਕ ਦੇ ਉੱਤੇ ਜਿੰਨੀ ਵੀ ਜਾਣਕਾਰੀ ਦਿੱਤੀ ਜਾਵੇ ਉਨੀ ਹੀ ਜਾਣਕਾਰੀ ਘੱਟ ਹੈ, ਪਰ ਅਸੀਂ ਤੁਹਾਨੂੰ ਇਸੇ ਕਰਕੇ ਆਪਣੇ ਆਫਿਸ ਇਨਵਾਈਟ ਕਰਦੇ ਹਾਂ। ਇਸੇ ਕਰਕੇ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਸਾਨੂੰ ਫੋਨ ਕਰੋ। ਫੋਨ ਨੰਬਰ ਹੈਗਾ ਜੀ 6043960005। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਡੇ ਪੁਆਇੰਟ ਕੈਲਕੂਲੇਟ ਕਰਕੇ ਤੁਹਾਨੂੰ ਦੱਸਾਂਗੇ if this is the right program for you, but do get in touch at least for a free consultation. Direct WhatsApp ਕਰ ਸਕਦੇ ਹੋ 6043960005 ਤੇ। ਸਾਡਾ ਇਹ ਜਿਹੜਾ ਨੰਬਰ ਹੈ ਉਹ WhatsApp ਤੇ ਚੱਲਦਾ ਹੈ ਐਂਡ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਇਹ 24/7 ਚੱਲੇ। ਜੇ ਤੁਸੀਂ ਆਪਣਾ ਨਾਮ, ਫੋਨ ਨੰਬਰ ਔਰ ਬੈਸਟ ਟਾਈਮ ਟੂ ਕਾਲ ਛੱਡੋਗੇ ਸਾਡੇ ਵਾਸਤੇ ਤਾਂ ਅਸੀਂ ਤੁਹਾਨੂੰ ਬੈਕ ਕਾਲ ਵੀ ਕਰਾਂਗੇ, ਪਰ ਤੁਸੀਂ ਸਾਡਾ
ਤਾਂ ਇੰਡੀਆ ਦਾ ਡਾਇਰੈਕਟ ਨੰਬਰ ਵੀ ਨੋਟ ਕਰ ਸਕਦੇ ਹੋ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਜਿਹੜੇ ਨੇ ਉਹ ਇਸ ਟਾਈਮ ਇੰਡੀਆ 'ਚ ਨੇ। ਸੋ ਟਰਾਈ ਟੂ ਕੰਟੈਕਟ ਹਿਮ। ਫॉर ਮੋਰ ਇਨਫੋਰਮੇਸ਼ਨ ਵਿਜ਼ਿਟ ਆवर ਸੋਸ਼ਲ ਮੀਡੀਆ ਪੇजेस, ਕੰਟੈਕਟ ਅਸ। ਥੈਂਕ ਯੂ।